ਹੈਲੋ ਦੋਸਤੋ, ਉਮੀਦ ਹੈ ਤੁਹਾਡਾ ਨਵੰਬਰ ਦਾ ਟੈਸਟ ਜਿਹੜਾ ਹੋਇਆ ਹੈ ਉਹ ਵਧੀਆ ਹੋਇਆ ਹੋਵੇਗਾ। ਪਰੰਤੂ ਜੇਕਰ ਤੁਹਾਡੀ ਕਿਸੇ ਵੀ ਕੁਐਸਚਨ ਦੇ ਰਿਗਾਰਡਿੰਗ ਕੋਈ ਡਾਊਟ ਹੈ, ਕੁਐਰੀ ਹੈ, ਤਾਂ ਤੁਸੀਂ ਉਸ ਦੇ ਲਈ ਇਸ ਵੀਡੀਓ ਨੂੰ ਦੇਖ ਸਕਦੇ ਹੋ ਅਤੇ ਆਪਣੇ ਜਿਹੜੇ ਕੁਐਸਚਨਸ ਨੇ ਉਹਨਾਂ ਨੂੰ ਕ੍ਰਾਸ ਚੈੱਕ ਕਰ ਸਕਦੇ ਹੋ। ਸੋ ਕੁਐਸਚਨ ਨੰਬਰ 1 ਦੇ ਵਿੱਚ ਸਾਨੂੰ ਦਿੱਤਾ ਗਿਆ ਹੈ ਕਿ ਹਰ ਪਰਿਮੇਯ ਸੰਖਿਆ ਡੈਸ਼ ਹੁੰਦੀ ਹੈ, ਐਵਰੀ ਰੈਸ਼ਨਲ ਨੰਬਰ ਇਜ਼। ਸੋ ਅਸੀਂ ਛੋਟੀਆਂ ਕਲਾਸਾਂ ਦੇ ਵਿੱਚ ਪੜ੍ਹਿਆ ਹੋਲ ਨੰਬਰ ਸਾਡੇ 0 ਤੋਂ ਸਟਾਰਟ ਹੁੰਦੇ ਨੇ, 0 1 2। ਨੈਚੁਰਲ ਨੰਬਰ 1 2। ਇੰਟੀਜਰ ਸਾਡੇ ਪਾਸ ਨੈਗੇਟਿਵ ਵੈਲਿਊਜ਼ ਵੀ ਆ ਜਾਂਦੀਆਂ ਨੇ ਵਿੱਚ। ਸੋ ਰੀਅਲ ਨੰਬਰਸ ਦੋ ਸੰਖਿਆਵਾਂ ਦੇ ਮਿਲ ਕੇ ਬਣਦੇ ਨੇ ਰੈਸ਼ਨਲ ਪਲੱਸ ਇਰਰੈਸ਼ਨਲ। ਸੋ ਰੈਸ਼ਨਲ ਨੰਬਰਸ ਜਿਹੜੇ ਨੇ ਉਹ ਰੀਅਲ ਨੰਬਰ ਦਾ ਇੱਕ ਛੋਟਾ ਹਿੱਸਾ ਨੇ, ਛੋਟਾ ਭਾਗ ਨੇ। ਸੋ ਐਵਰੀ ਰੈਸ਼ਨਲ ਨੰਬਰ ਇਜ਼ ਅ ਰੀਅਲ ਨੰਬਰ। ਸੋ ਜੇਕਰ ਰੀਅਲ ਵੱਡਾ ਸੈੱਟ ਹੈ, ਇੱਕ ਰੀਅਲ ਵੱਡਾ ਹਿੱਸਾ ਹੈ, ਤਾਂ ਉਸ ਦੇ ਵਿੱਚ ਇੱਕ ਛੋਟਾ ਭਾਗ ਜਿਹੜਾ ਹੈ ਉਹ ਪਰਿਮੇਯ ਸੰਖਿਆਵਾਂ ਦਾ ਹੈ, ਰੈਸ਼ਨਲਸ ਦਾ ਹੈ। ਸੋ ਸਾਡੀ ਜਿਹੜੀ ਰਾਈਟ ਆਪਸ਼ਨ ਕੀ ਹੋਏਗੀ? ਆਪਸ਼ਨ ਡੀ, ਰੀਅਲ ਨੰਬਰਸ। ਹਰ ਪਰਿਮੇਯ ਸੰਖਿਆ ਇੱਕ ਵਾਸਤਵਿਕ ਸੰਖਿਆ ਹੁੰਦੀ ਹੈ। ਕੁਐਸਚਨ ਨੰਬਰ 2, ਇਹ ਵੀ ਵਾਸਤਵਿਕ ਸੰਖਿਆਵਾਂ ਦੇ ਆਧਾਰਿਤ ਹੈ। √9 ਇੱਕ ਡੈਸ਼ ਸੰਖਿਆ ਹੈ, ਵਰਗਮੂਲ 9। ਸੋ ਜੇਕਰ ਅਸੀਂ ਜਨਰਲ ਗੱਲ ਕਰੀਏ ਤਾਂ ਜਿਨ੍ਹਾਂ ਨੰਬਰਾਂ ਦੇ ਉੱਪਰ ਵਰਗਮੂਲ ਹੁੰਦਾ ਹੈ ਤਾਂ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਬੋਲਦੇ ਹਾਂ ਕਿ ਇਹ ਅਪਰਿਮੇਯ ਸੰਖਿਆਵਾਂ ਨੇ, ਇਰਰੈਸ਼ਨਲ ਨੇ। ਬਟ ਜਿਹੜਾ ਵਰਗਮੂਲ 9 ਹੈ ਤਾਂ ਸਾਨੂੰ ਪਤਾ ਹੈ ਕਿ 9 ਦਾ ਵਰਗਮੂਲ ਕਿੰਨਾ ਹੁੰਦਾ ਹੈ? 3। ਸੋ 3 ਇੱਕ ਕੀ ਹੈ? ਪਰਿਮੇਯ ਸੰਖਿਆ, 3/1। ਸੋ ਅਸੀਂ 3 ਨੂੰ 3/1 P/Q ਦੇ ਰੂਪ 'ਚ ਲਿਖ ਸਕਦੇ ਹਾਂ। ਇਹਦੇ ਉੱਪਰ ਜੋ √ ਵਾਲਾ ਪਾਰਟ ਹੈ ਉਹ ਨਹੀਂ ਹੈ। ਸੋ ਭਾਵੇਂ ਦੇਖਣ ਨੂੰ ਸਾਨੂੰ ਇਹ ਇਰਰੈਸ਼ਨਲ ਲੱਗ ਰਹੀ ਹੈ, ਬਟ ਐਕਚੁਅਲੀ ਇਹ ਕੀ ਹੈ? ਰੈਸ਼ਨਲ ਹੈ, ਪਰਿਮੇਯ ਹੈ। ਸੋ ਸਾਡੀ ਰਾਈਟ ਆਪਸ਼ਨ ਕੀ ਹੈ? ਆਪਸ਼ਨ ਏ। ਇਸੇ ਤਰ੍ਹਾਂ ਕੁਐਸਚਨ ਨੰਬਰ 3 ਦੇ ਵਿੱਚ ਸਾਨੂੰ ਪੁੱਛਿਆ ਗਿਆ ਹੇਠ ਲਿਖੀਆਂ ਵਿੱਚੋਂ ਕਿਹੜੀ ਦੋ ਪਦਾਂ ਵਾਲੀ ਤੇ 20 ਘਾਤੀ ਡਿਗਰੀ 20 ਹੋਣੀ ਚਾਹੀਦੀ ਹੈ, ਘਾਤ 20 ਹੋਣੀ ਚਾਹੀਦੀ ਹੈ। ਸੋ ਜੇਕਰ ਮੈਂ ਧਿਆਨ ਨਾਲ ਦੇਖਾਂ ਤਾਂ ਘਾਤ 20 ਕੇਵਲ ਇਸ ਪਾਰਟ ਦੇ ਵਿੱਚ ਹੈ, ਪਾਰਟ ਸੀ। x ਦੀ ਘਾਤ 20 ਜਮਾ 1। ਸੋ ਇਹ 20 ਘਾਤੀ ਵੀ ਹੈ ਤੇ ਦੋ ਪਦਾਂ ਵਾਲੀ ਵੀ ਹੈ। ਇਹਦੇ ਦੋ ਭਾਗ ਨੇ ਤੇ 20 ਘਾਤੀ ਹੈ। ਸੋ ਰਾਈਟ ਆਪਸ਼ਨ ਸਾਡੀ ਕੀ ਹੈ? ਸੀ। ਆਸਾਨ ਸੀ ਇਹ ਕੁਐਸਚਨ ਕਾਫੀ। ਕੁਐਸਚਨ ਨੰਬਰ 4, x⁻² - x ਇੱਕ ਡੈਸ਼ ਬਹੁਪਦ ਹੈ। ਸੋ ਇਹ ਵੀ ਬੜਾ ਈਜ਼ੀ ਹੈ। ਅਸੀਂ ਇਹਦੇ ਵਿੱਚ ਜੋ ਸਾਡੇ ਪਾਸ ਇਹ ਬਹੁਪਦ ਦਿੱਤਾ ਹੈ ਸਾਨੂੰ, x² - x, ਇਹ ਵਾਲਾ ਬਹੁਪਦ ਹੈ। ਤਾਂ ਇਹਦੇ ਵਿੱਚ ਸਾਨੂੰ ਘਾਤ ਪੁੱਛੀ ਗਈ ਹੈ ਇਸ ਦੀ। ਸੋ ਸਭ ਤੋਂ ਵੱਡੀ ਘਾਤ ਕੀ ਹੈ ਇਹਦੇ ਵਿੱਚ? x⁻² ਹੈ। ਸੋ ਇਸ ਨੂੰ ਅਸੀਂ ਬੋਲਦੇ ਹਾਂ ਦੋ ਘਾਤੀ, ਕੁਆਡਰੈਟਿਕ। ਸੋ ਸਾਡੀ ਰਾਈਟ ਆਪਸ਼ਨ ਕੀ ਹੋਏਗੀ? ਬੀ। ਇਸੇ ਤਰ੍ਹਾਂ ਕੁਐਸਚਨ ਨੰਬਰ 5, ਜੇ A, B ਅਤੇ C ਇੱਕ ਲਾਈਨ ਉੱਤੇ ਬਿੰਦੂ ਹਨ। ਸੋ ਸਾਡੇ ਪਾਸ ਇੱਕ ਲਾਈਨ ਹੈ, ਤਿੰਨੋਂ ਬਿੰਦੂ ਜਿਹੜੇ ਨੇ ਇਹ ABC ਇਸ ਲਾਈਨ ਦੇ ਉੱਪਰ ਨੇ। ਬਿੰਦੂ A ਅਤੇ C ਦੇ ਵਿਚਕਾਰ B ਹੈ। ਸੋ B ਵਿਚਕਾਰ ਹੈ ਤੇ ਬਾਕੀ ਸਿਰਿਆਂ ਦੇ ਉੱਪਰ A ਤੇ C ਨੇ। ਸੋ ਦਿੱਤੇ ਗਏ ਜਿਹੜੇ ਆਪਸ਼ਨਸ ਨੇ ਇਹਨਾਂ ਦੇ ਵਿੱਚੋਂ ਸਹੀ ਕਿਹੜਾ ਹੋਏਗਾ? ਸੋ AB + BC, AB ਤੇ BC ਨੂੰ ਮਿਲਾ ਕੇ ਕੀ ਬਣਦਾ ਸਾਡੇ ਪਾਸ? AC ਬਣਦਾ ਹੈ। ਸੋ ਲਾਸਟ ਆਪਸ਼ਨ ਜਿਹੜੀ ਹੈ ਸਾਡੇ ਪਾਸ AB, A ਤੋਂ B ਤੇ B ਤੋਂ C। ਸੋ ਇਹ ਵਾਲੀ ਰਾਈਟ ਆਪਸ਼ਨ ਕੀ ਹੈ? ਆਪਸ਼ਨ ਡੀ। ਜੇਕਰ ਮੈਂ ਇਸ ਭਾਗ ਨੂੰ ਤੇ ਇਸ ਭਾਗ ਨੂੰ ਜੋੜਾਂ ਤਾਂ ਦੋਨਾਂ ਨੂੰ ਮਿਲਾ ਕੇ ਕੀ ਬਣਦਾ ਹੈ ਸਾਡੇ ਪਾਸ? AC ਬਣਦਾ ਹੈ। ਕੁਐਸਚਨ ਨੰਬਰ 6, ਬਹੁਪਦ fx ਬਰਾਬਰ ਹੈ 2x + 7 ਦੀ ਸਿਫਰ ਭਾਵ ਕਿ ਅਸੀਂ x ਦਾ ਕਿਹੜਾ ਮੁੱਲ ਭਰੀਏ ਕਿ fx ਜਿਹੜਾ ਉਹ 0 ਹੋ ਜਾਏ, ਭਾਵ 2x + 7 ਜਿਹੜਾ ਹੈ ਜੋ ਸਾਡਾ fx ਹੈ ਕੀ ਬਣ ਜੇ? 0 ਬਣ ਜੇ, ਸਿਫਰ ਆ ਜੇ। ਸੋ 2x ਬਰਾਬਰ ਕੀ ਆ ਗਿਆ ਸਾਡੇ ਪਾਸ? ਜਦੋਂ ਅਸੀਂ 7 ਨੂੰ ਸੱਜੇ ਹੱਥ ਲੈ ਕੇ ਜਾਵਾਂਗੇ -7। ਸੋ x ਕਿੰਨਾ ਬਣਿਆ ਸਾਡੇ ਪਾਸ? -7 ਭਾਗ 2, 7/2। ਸੋ ਸਾਡੀ ਰਾਈਟ ਆਪਸ਼ਨ ਕੀ ਹੋਏਗੀ? ਸਹੀ ਆਪਸ਼ਨ ਕੀ ਹੋਏਗੀ? ਆਪਸ਼ਨ ਡੀ, -7/2। ਕੁਐਸਚਨ ਨੰਬਰ 7 ਬੜਾ ਈਜ਼ੀ ਹੈ ਵੀ। x ਧੁਰੇ ਤੋਂ ਇੱਕ ਬਿੰਦੂ -2, 0 ਦੀ ਦੂਰੀ ਜੇਕਰ ਅਸੀਂ ਕਾਰਟੀਜ਼ੀਅਨ ਪ੍ਰਣਾਲੀ
ਬਣਾਈਏ, ਧੁਰੇ ਬਣਾਈਏ, ਇਹ ਸਾਡਾ x ਧੁਰਾ ਹੈ, ਇਹ ਸਾਡਾ y ਧੁਰਾ ਹੈ। ਸੋ ਸਾਡਾ ਪੁਆਇੰਟ ਕੀ ਹੈ -2,0, ਇਹ ਸਾਡਾ ਜੋ ਸੈਂਟਰ 'ਤੇ ਹੈ ਇਹ ਸਾਡਾ ਮੂਲ ਬਿੰਦੂ ਹੈ। -2,0 ਇਹ ਸਾਡਾ -1 ਹੈ, ਇਹ ਸਾਡਾ -2 ਹੈ। ਸੋ ਅਸੀਂ x ਵੱਲ -2 ਜਾਣਾ ਹੈ ਅਤੇ y ਵੱਲ 0। ਸੋ ਸਾਡਾ ਪੁਆਇੰਟ ਕੀ ਬਣਿਆ, ਇਹ ਵਾਲਾ। ਸੋ ਸਾਨੂੰ ਪੁੱਛਿਆ ਗਿਆ ਕਿ -2,0 ਦੀ x ਧੁਰੇ ਤੋਂ ਦੂਰੀ ਕਿੰਨੀ ਹੈ, ਭਾਵ ਇਹ x ਧੁਰੇ ਦੇ ਉੱਪਰ ਹੀ ਆ ਰਹੇ ਆ ਸਾਡੇ ਪਾਸ। ਅਸੀਂ x ਤੋਂ ਉੱਪਰ ਵੱਲ ਜਾਂ ਨੀਚੇ ਵੱਲ ਬਿਲਕੁਲ ਮੂਵ ਨਹੀਂ ਹੋਏ, ਸੋ ਭਾਵ ਇਹਦੀ ਦੂਰੀ ਕਿੰਨੀ ਹੋਈ, 0 ਹੋਈ। ਸੋ ਇੱਥੋਂ ਸਾਨੂੰ ਇਹ ਪਤਾ ਚੱਲਦਾ ਕਿ x ਧੁਰੇ ਦੇ ਉੱਪਰ ਜਿੰਨੇ ਵੀ ਬਿੰਦੂ ਸਥਿਤ ਨੇ ਉਹ ਸਾਰਿਆਂ ਦੀ ਦੂਰੀ x ਧੁਰੇ ਤੋਂ ਕਿੰਨੀ ਹੋਏਗੀ, 0 ਹੋਏਗੀ। ਕੁਐਸਚਨ ਨੰਬਰ 8 ਇਹ ਵੀ ਕਾਰਟੀਜ਼ੀਅਨ ਪ੍ਰਣਾਲੀ ਦੇ ਆਧਾਰਿਤ ਹੈ। ਤਾਂ ਇਹਦੇ ਵਿੱਚ ਸਾਨੂੰ ਪੁੱਛਿਆ ਗਿਆ -3,4 ਜਿਹੜਾ ਹੈ ਉਹ ਕਿਸ ਚੌਥਾਈ ਦੇ ਵਿੱਚ ਆਏਗਾ। ਇਹ ਪਹਿਲੀ ਚੌਥਾਈ ਹੈ ਸਾਡੀ, ਇਹ ਦੂਸਰੀ ਹੈ, ਇਹ ਤੀਸਰੀ ਹੈ, ਇਹ ਚੌਥੀ ਹੈ। ਸਾਡਾ x ਧੁਰਾ ਹੈ, ਇੱਧਰ ਸਾਡਾ ਨੈਗੇਟਿਵ x ਆਉਂਦਾ ਹੈ, ਇਸੇ ਤਰ੍ਹਾਂ ਇਹ y ਹੈ, ਇਹ ਸਾਡਾ ਨੈਗੇਟਿਵ y ਹੈ। ਸੋ ਜੋ ਸਾਡਾ ਬਿੰਦੂ ਹੈ ਉਹ -3,4 ਜਿਸ ਦਾ x ਪਾਰਟ ਜਿਹੜਾ ਹੈ, x ਜੋ ਹੈ ਉਹ ਨੈਗੇਟਿਵ ਹੈ -3। ਸੋ x ਨੈਗੇਟਿਵ ਇਸ ਸਾਈਡ ਆਉਂਦਾ ਹੈ, ਜੇਕਰ ਮੈਂ ਧਿਆਨ ਨਾਲ ਦੇਖਾਂ ਤਾਂ ਜੋ x ਨੈਗੇਟਿਵ ਹੈ ਉਹ ਇਸ ਸਾਈਡ ਹੈ। ਅਤੇ ਦੂਸਰਾ y ਕੀ ਹੈ, ਪੋਜ਼ੀਟਿਵ। y ਕਿੰਨਾ ਸਾਡੇ ਪਾਸ, 4 ਹੈ। ਸੋ y ਪੋਜ਼ੀਟਿਵ ਕਿਸ ਸਾਈਡ ਹੈ, ਇਸ ਸਾਈਡ ਹੈ। ਸੋ ਇਹ ਸਾਡੀ ਕਿਹੜੀ ਚੌਥਾਈ ਬਣੀ, ਦੂਸਰੀ ਚੌਥਾਈ। ਸੋ ਸਾਡੀ ਰਾਈਟ ਆਪਸ਼ਨ ਕੀ ਹੋਏਗੀ, ਦੂਸਰੀ ਚੌਥਾਈ, ਆਪਸ਼ਨ B। ਕੁਐਸਚਨ ਨੰਬਰ 9 ਜਿਹੜਾ ਸਾਡਾ ਉਹ ਹੀਰੋ ਸੂਤਰ ਦੇ ਆਧਾਰਿਤ ਹੈ। ਇਸ ਦੇ ਵਿੱਚ ਸਾਨੂੰ ਇੱਕ ਤ੍ਰਿਭੁਜ ਦਾ ਖੇਤਰਫਲ ਪਤਾ ਕਰਨ ਦੇ ਲਈ ਕਿਹਾ ਗਿਆ ਹੈ, ਜਿਸ ਦੀਆਂ ਦੋ ਭੁਜਾਵਾਂ 18 ਅਤੇ 10 ਨੇ, ਅਤੇ ਨਾਲ ਸਾਨੂੰ ਪਰਿਮਾਪ ਦਿੱਤਾ ਗਿਆ ਹੈ 42। ਸੋ ਸਾਨੂੰ ਤੀਸਰੀ ਭੁਜਾ ਪਤਾ ਕਰਨੀ ਪਏਗੀ। ਸੋ ਪਰਿਮਾਪ ਕੀ ਹੁੰਦਾ ਹੈ, ਤਿੰਨੇ ਭੁਜਾਵਾਂ ਦਾ ਜੋੜ। ਸੋ 18 + 10 ਮਿਲ ਕੇ ਬਣਾਉਂਦੇ ਨੇ 28। ਸੋ ਸਾਨੂੰ ਪਰਿਮਾਪ ਕਿੰਨਾ ਦਿੱਤਾ ਹੈ, 42। ਸੋ 42 ਬਣਨਾ ਚਾਹੀਦਾ ਤਿੰਨੇ ਭੁਜਾਵਾਂ ਦਾ ਜੋੜ। 2 ਨੂੰ ਮਿਲਾ ਕੇ ਸਾਡੇ ਪਾਸ 28 ਬਣ ਗਿਆ ਹੈ। ਜੇਕਰ ਮੈਂ 42 ਦੇ ਵਿੱਚੋਂ 28 ਨੂੰ ਮਾਈਨਸ ਕਰਦੇ ਹਾਂ ਤਾਂ ਤੀਸਰੀ ਭੁਜਾ ਸਾਡੇ ਪਾਸ ਕਿੰਨੀ ਬਣਦੀ ਹੈ, 14। ਸੋ ਸਾਨੂੰ ਪੈਰੀਮੀਟਰ ਦਿੱਤਾ ਹੈ। ਸੋ S ਕੀ ਹੁੰਦਾ ਹੈ ਸਾਡੇ ਪਾਸ, S ਹੁੰਦਾ ਹੈ ਅਰਧ ਪਰਿਮਾਪ। ਸੋ S ਦੇ ਲਈ ਬੜਾ ਈਜ਼ੀ ਹੈ। S ਸਾਡੇ ਪਾਸ ਕੀ ਹੋਏਗਾ, ਅਰਧ ਪਰਿਮਾਪ ਭਾਵ 42 ਦਾ ਹਾਫ। 42 ਦਾ ਹਾਫ ਕੀ ਆਏਗਾ ਸਾਡੇ ਪਾਸ, 21। ਸੋ ਹੀਰੋ ਸੂਤਰ ਦੇ ਲਈ ਸਾਡੇ ਪਾਸ ਕੀ ਆਉਂਦਾ ਹੈ, ਤ੍ਰਿਭੁਜ ਦਾ ਖੇਤਰਫਲ ਕਿਸ ਦੇ ਬਰਾਬਰ ਹੁੰਦਾ ਹੈ, √S ਸਾਡੇ ਪਾਸ 21 ਹੈ, ਇੰਟੂ 21 - A ਪਹਿਲੀ ਭੁਜਾ, 21 - 18, 21 - ਦੂਸਰੀ ਭੁਜਾ ਸਾਡੇ ਪਾਸ ਕਿੰਨੀ ਹੈ, 10, ਅਤੇ 21 - S - ਤੀਸਰੀ ਭੁਜਾ ਸਾਡੇ ਪਾਸ ਕਿੰਨੀ ਹੈ, 14। ਸੋ ਪਹਿਲੀ ਟਰਮ ਸਾਡੇ ਪਾਸ 21 ਹੈ, ਦੂਸਰੀ ਟਰਮ 21 - 18 ਕਿੰਨਾ ਬਣਦਾ ਸਾਡੇ ਪਾਸ, 3, 21 - 10 ਸਾਡੇ ਪਾਸ ਕਿੰਨਾ ਬਣਦਾ, 11, ਅਤੇ 21 - 14 ਬਣਦਾ ਸਾਡੇ ਪਾਸ 7। ਸੋ ਉੱਪਰ ਕੀ ਹੈ ਸਾਡੇ ਪਾਸ, √। ਸੋ ਜੇ ਮੈਂ ਧਿਆਨ ਨਾਲ ਦੇਖਾਂ ਤਾਂ 7 ਤੀਏ 21 ਭਾਵ 21 ਦਾ ਸਾਡੇ ਪਾਸ ਪੇਅਰ ਬਣ ਜਾਏਗਾ, 21 × 21 × 11। ਸੋ 21 ਜਿਹੜਾ ਹੈ ਇਸ ਦਾ ਪੇਅਰ ਬਣਦਾ ਹੈ, √, ਤੋਂ ਬਾਹਰ ਆ ਜਾਏਗਾ, ਤਾਂ ਸਾਡੇ ਪਾਸ ਬਚਿਆ 21 √11। ਸੋ ਸਾਡੀ ਰਾਈਟ ਆਪਸ਼ਨ ਚਾਰਾਂ ਦੇ ਵਿੱਚੋਂ 21 √11 ਭਾਵ ਆਪਸ਼ਨ D। ਸੋ ਕੁਐਸਚਨ ਨੰਬਰ 9 ਦਾ ਜੋ ਸਹੀ ਆਨਸਰ ਹੈ ਉਹ ਕੀ ਹੈ, 21 √11। ਕੁਐਸਚਨ ਨੰਬਰ 10 ਦੇ ਵਿੱਚ ਸਾਨੂੰ ਪੁੱਛਿਆ ਗਿਆ ਹੈ ਤ੍ਰਿਭੁਜ ਦੇ ਖੇਤਰਫਲ ਦੇ ਲਈ ਹੀਰੋ ਸੂਤਰ ਦੇ ਵਿੱਚ S ਕੀ ਦਰਸਾਉਂਦਾ ਹੈ। ਅਸੀਂ ਹੁਣੇ ਕੁਐਸਚਨ ਨੰਬਰ 9 ਦੇ ਵਿੱਚ ਵੀ ਇਸ ਕਨਸੈਪਟ ਨੂੰ ਯੂਜ਼ ਕੀਤਾ ਹੈ। ਸੋ S ਸਾਡੇ ਪਾਸ ਕੀ ਹੁੰਦਾ ਹੈ, ਤ੍ਰਿਭੁਜ ਦੇ ਪਰਿਮਾਪ ਦਾ ਅੱਧ, ਕਹਿਣ ਤੋਂ ਭਾਵ ਅਰਧ ਪਰਿਮਾਪ, ਸੈਮੀ ਪੈਰੀਮੀਟਰ। ਕਿਉਂਕਿ S ਅਸੀਂ ਲੱਭਦੇ ਹਾਂ A + B + C, ਤ੍ਰਿਭੁਜ ਦੀਆਂ ਤਿੰਨੇ ਭੁਜਾਵਾਂ ਦਾ ਜੋੜ, ਭਾਵ ਇਹ ਕੀ ਹੋਇਆ, ਪਰਿਮਾਪ, ਅਤੇ ਉਸਦਾ ਅਸੀਂ ਕੀ ਕਰਦੇ ਹਾਂ, ਹਾਫ, ਅੱਧਾ। ਸੋ ਪਰਿਮਾਪ ਦਾ ਕੀ ਕੀਤਾ ਅਸੀਂ, ਅੱਧ। ਸੋ S ਕੀ ਹੋਇਆ, ਤ੍ਰਿਭੁਜ ਦਾ ਅਰਧ ਪਰਿਮਾਪ। ਕੁਐਸਚਨ ਨੰਬਰ 11 ਦੇ ਵਿੱਚ ਸਾਨੂੰ ਦੋ ਰੇਖਾਵਾਂ AB ਅਤੇ CD ਸਮਾਨਾਂਤਰ ਦਿੱਤੀਆਂ ਹੋਈਆਂ ਨੇ, ਅਤੇ ਕੋਣ GED
ਜਿਹੜਾ ਇਹ ਵਾਲਾ ਕੋਣ ਹੈ 135 ਡਿਗਰੀ ਦਿੱਤਾ ਗਿਆ ਹੈ। ਸੋ ਸਾਨੂੰ ਪੁੱਛਿਆ ਕੀ ਗਿਆ ਕੋਣ AGE। ਸੋ ਕੋਣ ਜੇਕਰ ਮੈਂ AGE ਵੱਲ ਦੇਖਾਂ ਤਾਂ ਸਾਡੇ ਪਾਸ ਜਿਹੜੀ ਇਹ ਪਿਕਚਰ ਬਣਦੀ ਹੈ Z ਬਣਦਾ ਹੈ। ਸੋ Z ਦੇ ਵਿੱਚ ਜਿਹੜੇ ਦੋਨੇ ਕੋਣ ਬਣਦੇ ਨੇ ਇਹਨਾਂ ਨੂੰ ਅਸੀਂ ਬੋਲਦੇ ਹਾਂ ਅੰਦਰੂਨੀ ਇਕਾਂਤਰ ਕੋਣ ਅਲਟਰਨੇਟ ਇੰਟੀਰੀਅਰ ਐਂਗਲਸ, ਅਤੇ ਦੋਵੇਂ ਕੀ ਹੁੰਦੇ ਨੇ ਬਰਾਬਰ ਹੁੰਦੇ ਨੇ। ਸੋ ਕੋਣ GED 135 ਹੈ ਜੇਕਰ, ਤਾਂ ਕੋਣ AGE ਵੀ ਕਿੰਨਾ ਹੋਊਗਾ 135। ਸੋ ਸਾਡੀ ਰਾਈਟ ਆਪਸ਼ਨ ਕੀ ਹੋਏਗੀ ਆਪਸ਼ਨ D, ਲਾਸਟ ਵਾਲੀ ਆਪਸ਼ਨ। ਕੁਐਸਚਨ ਨੰਬਰ 12 ਦੇ ਵਿੱਚ ਸਾਨੂੰ ਇੱਕ ਤ੍ਰਿਭੁਜ ABC ਦਿੱਤੀ ਗਈ ਹੈ। ਸੋ ਤ੍ਰਿਭੁਜ ABC ਜਿਹਦੇ ਵਿੱਚ AB ਅਤੇ BC ਕੀ ਨੇ ਬਰਾਬਰ ਨੇ। ਸੋ ਤ੍ਰਿਭੁਜ ABC ਇਹ ਸਾਡੇ ਪਾਸ ਤ੍ਰਿਭੁਜ ABC ਹੈ ਸਪੋਜ਼, ਤਾਂ AB ਅਤੇ BC ਦੋਨੇ ਕੀ ਨੇ ਬਰਾਬਰ ਨੇ। ਕੋਣ B ਕਿੰਨਾ ਦਿੱਤਾ ਗਿਆ ਸਾਨੂੰ, ਇਹ ਵਾਲਾ ਕੋਣ ਸਾਨੂੰ 70 ਡਿਗਰੀ ਦਿੱਤਾ ਗਿਆ ਹੈ, ਅਤੇ ਸਾਨੂੰ ਪੁੱਛਿਆ ਗਿਆ ਹੈ ਕੋਣ A ਦਾ ਮੁੱਲ ਪਤਾ ਕਰੋ। ਸੋ ਜੇਕਰ ਦੋ ਭੁਜਾਵਾਂ ਕਿਸੇ ਤ੍ਰਿਭੁਜ ਦੇ ਵਿੱਚ ਬਰਾਬਰ ਹੋਣ ਤਾਂ ਉਹ ਤ੍ਰਿਭੁਜ ਹੁੰਦੀ ਹੈ ਸਮ ਦੋ ਭੁਜੀ ਆਈਸੋਸਲਸ ਟ੍ਰਾਇੰਗਲ। ਸੋ ਬਰਾਬਰ ਭੁਜਾਵਾਂ ਦੇ ਜਿਹੜੇ ਸਨਮੁਖ ਕੋਣ ਨੇ, ਸੋ ਇਹਦੇ ਸਨਮੁਖ ਕੋਣ ਆ ਕੋਣ A ਹੈ, ਅਤੇ ਇਸ ਭੁਜਾ ਦੇ ਸਨਮੁਖ ਕੋਣ ਕਿਹੜਾ ਹੈ ਕੋਣ C ਹੈ। ਤਾਂ ਬਰਾਬਰ ਭੁਜਾਵਾਂ ਦੇ ਸਨਮੁਖ ਕੋਣ ਵੀ ਕੀ ਹੁੰਦੇ ਨੇ ਬਰਾਬਰ ਹੁੰਦੇ ਨੇ, ਭਾਵ ਕੋਣ A ਅਤੇ ਕੋਣ C ਕੀ ਨੇ ਬਰਾਬਰ ਨੇ ਸਾਡੇ ਪਾਸ। ਸੋ ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ ਕਿੰਨਾ ਹੋਣਾ ਚਾਹੀਦਾ 180। ਸੋ ਐਂਗਲ ਸਮ ਪ੍ਰੋਪਰਟੀ ਹੈ। ਸੋ ਕੋਣ A ਪਲੱਸ ਕੋਣ B ਅਤੇ ਪਲੱਸ ਕੋਣ C ਤਿੰਨਾਂ ਨੂੰ ਮਿਲਾ ਕੇ ਕਿੰਨਾ ਬਣਨਾ ਚਾਹੀਦਾ 180। ਕੋਣ B ਸਾਡੇ ਪਾਸ 70 ਹੈ। A ਅਤੇ C ਦੋਨਾਂ ਦੇ ਲਈ ਅਸੀਂ x ਲੈ ਸਕਦੇ ਹਾਂ। ਸੋ x ਪਲੱਸ x ਸਾਡੇ ਪਾਸ 2x ਹੋ ਗਿਆ ਹੈ। 70 ਨੂੰ ਅਸੀਂ ਸੱਜੇ ਹੱਥ ਜਾ ਕੇ ਮਾਈਨਸ ਕਰ ਲੈਂਦੇ 180 ਦੇ ਵਿੱਚੋਂ। ਸੋ 180 ਮਾਈਨਸ 70 ਸਾਡੇ ਪਾਸ ਕਿੰਨਾ ਹੁੰਦਾ 110। ਸੋ 2 ਗੁਣਾ x ਬਰਾਬਰ 110 ਹੈ। ਸੋ ਭਾਵ ਅਸੀਂ 2 ਨੂੰ ਕਿਹਦੇ ਨਾਲ ਗੁਣਾ ਕਰੀਏ ਕਿ ਸਾਡੇ ਪਾਸ 110 ਆ ਜਾਏ। ਸੋ ਕੈਂਸਲ ਆਊਟ ਕਰਨ ਤੋਂ ਬਾਅਦ ਸਾਡੇ ਪਾਸ x ਕਿੰਨਾ ਆਉਂਦਾ ਹੈ 55। ਸੋ ਸਾਡੀ ਰਾਈਟ ਆਪਸ਼ਨ ਕੀ ਹੋਏਗੀ ਆਪਸ਼ਨ C 55 ਡਿਗਰੀ। ਕੁਐਸਚਨ ਨੰਬਰ 13 ਦੇ ਵਿੱਚ ਫਿਰ ਤੋਂ ਸਾਨੂੰ ਦੋ ਸਮਾਨਾਂਤਰ ਰੇਖਾਵਾਂ ਦਿੱਤੀਆਂ ਗਈਆਂ ਨੇ, ਰੇਖਾ P ਸਮਾਨਾਂਤਰ ਰੇਖਾ Q ਦੇ, ਅਤੇ ਇੱਕ ਕੋਣ 2x ਦਿੱਤਾ ਗਿਆ ਹੈ ਅਤੇ ਇੱਕ ਕੋਣ 70 ਹੈ ਸਾਡੇ ਪਾਸ, ਅਤੇ ਸਾਨੂੰ x ਦਾ ਮੁੱਲ ਪਤਾ ਕਰਨ ਦੇ ਲਈ ਕਿਹਾ ਗਿਆ ਹੈ। ਸੋ ਜੋ 70 ਹੈ ਇਹਦੇ ਸਨਮੁਖ ਜਿਹੜਾ ਇਹ ਵਾਲਾ ਕੋਣ ਹੈ, ਸੋ ਇਹ ਕੋਰਸਪੋਂਡਿੰਗ ਐਂਗਲਸ ਨੇ ਦੋਵੇਂ। ਸੋ ਇਹ ਵਾਲਾ ਕੋਣ ਜੇ 70 ਹੈ ਤਾਂ ਇਹ ਵੀ ਕੋਣ ਕਿੰਨਾ ਹੋਏਗਾ 70 ਡਿਗਰੀ, ਕਿਉਂਕਿ ਕੋਰਸਪੋਂਡਿੰਗ ਐਂਗਲਸ ਜਿਹੜੇ ਸਾਡੇ ਕੋਣ ਹੁੰਦੇ ਨੇ ਇਹ ਬਰਾਬਰ ਹੁੰਦੇ ਨੇ। ਸੋ 2x ਅਤੇ 70 ਦੋਵੇਂ ਮਿਲ ਕੇ ਇੱਕ ਰੇਖੀ ਜੋੜਾ ਬਣਾਉਂਦੇ ਨੇ, ਲੀਨੀਅਰ ਪੇਅਰ ਇੱਕ ਲਾਈਨ ਦੇ ਉੱਪਰ ਨੇ। ਸੋ ਜਿਹੜੀ ਸਿੱਧੀ ਲਾਈਨ ਹੁੰਦੀ ਹੈ ਉਹ 180 ਦਾ ਕੋਣ ਬਣਾਉਂਦੀ ਹੈ, ਭਾਵ 2x ਪਲੱਸ 70 ਦੋਵੇਂ ਮਿਲ ਕੇ ਕਿੰਨਾ ਬਣਾਉਣਗੇ 180। ਸੋ 70 ਨੂੰ ਅਸੀਂ ਦੂਸਰੀ ਸਾਈਡ ਜਾ ਕੇ ਮਾਈਨਸ ਕਰ ਦਿੰਦੇ ਹਾਂ। ਸੋ 2x ਬਰਾਬਰ ਹੈ 180 ਘਟਾਓ 70, ਲਗਭਗ ਲਾਸਟ ਵਾਲੇ ਕੁਐਸਚਨ ਵਰਗਾ ਹੀ ਬਣ ਗਿਆ, ਬਿਲਕੁਲ ਸੇਮ ਹੀ ਹੋ ਗਿਆ 110। ਸੋ 2 ਗੁਣਾ x ਬਰਾਬਰ 110। ਲਾਸਟ ਕੁਐਸਚਨ ਦੇ ਵਿੱਚ ਵੀ ਸੇਮ ਕੰਡੀਸ਼ਨ ਸੀ। ਸੋ x ਕਿੰਨਾ ਆ ਗਿਆ ਸਾਡੇ ਪਾਸ 55 ਡਿਗਰੀ। ਸੋ ਕੁਐਸਚਨ ਨੰਬਰ 13 ਦਾ ਆਨਸਰ ਵੀ ਕੀ ਹੋਇਆ 55 ਡਿਗਰੀ ਆਪਸ਼ਨ B। ਕੁਐਸਚਨ ਨੰਬਰ 14 ਇਹ ਵੀ ਐਂਗਲਸ ਦੇ ਬੇਸਡ ਹੈ। ਸੋ ਸਾਨੂੰ ਇੱਕ ਤ੍ਰਿਭੁਜ ਦਿੱਤੀ ਗਈ ਹੈ, ਤ੍ਰਿਭੁਜ PQR ਅਤੇ ਇਹਦੇ ਵਿੱਚ ਦੋ ਭੁਜਾਵਾਂ ਜਿਹੜੀਆਂ ਨੇ ਇਹਦੀਆਂ ਬਰਾਬਰ ਨੇ PQ, ਇਹ ਵਾਲੀ ਭੁਜਾ ਬਰਾਬਰ ਹੈ PR ਦੇ। ਸੋ ਸਨਮੁਖ ਕੋਣ ਬਰਾਬਰ ਹੋਣਗੇ। ਇਸੇ ਤਰ੍ਹਾਂ PS ਜਿਹੜੀ ਹੈ ਇਹ ਵਾਲੀ ਜਿਹੜੀ ਲਾਈਨ ਹੈ ਸਾਡੀ PS, ਇਹ ਤ੍ਰਿਭੁਜ ਦੀ ਮੱਧਿਕਾ ਹੈ। ਜਿਹੜੀ ਮੱਧਿਕਾ ਹੁੰਦੀ ਹੈ ਉਹ ਸਨਮੁਖ ਭੁਜਾ ਨੂੰ ਸਾਹਮਣੇ ਜਿਹਦੇ ਉੱਪਰ ਬਣਾਈ ਗਈ ਹੈ ਉਹਨੂੰ ਦੋ ਬਰਾਬਰ ਭਾਗਾਂ ਦੇ ਵਿੱਚ ਵੰਡਦੀ ਹੈ, ਭਾਵ QS ਬਰਾਬਰ ਹੋਏਗਾ RS ਦੇ। ਰੀਜ਼ਨ ਕੀ ਹੈ, ਕਿਉਂਕਿ PS ਜਿਹੜੀ ਹੈ ਉਹ ਮੱਧਿਕਾ ਹੈ, S ਜਿਹੜਾ ਹੈ ਉਹ ਮੱਧ ਬਿੰਦੂ ਹੈ QR ਦਾ। ਸੋ ਇਹ QR ਨੂੰ ਦੋ ਬਰਾਬਰ ਭਾਗਾਂ ਦੇ ਵਿੱਚ ਵੰਡੇਗਾ, QS ਬਰਾਬਰ ਆਏਗੀ RS ਦੇ। PQ ਸਾਨੂੰ ਪਹਿਲਾਂ ਹੀ ਬਰਾਬਰ ਦਿੱਤੀ ਹੋਈ ਹੈ PR ਦੇ। ਇਸੇ ਤਰ੍ਹਾਂ ਜਿਹੜੀ PS ਹੈ ਉਹ ਸਾਂਝੀ ਹੈ ਦੋਨੇ ਭੁਜਾਵਾਂ ਦੇ ਵਿੱਚ, ਤ੍ਰਿਭੁਜਾਵਾਂ ਦੇ ਵਿੱਚ। ਸੋ PS ਬਰਾਬਰ PS। ਸੋ SSS ਨਿਯਮ ਦੇ ਅਨੁਸਾਰ ਦੋਵੇਂ ਤ੍ਰਿਭੁਜਾਂ ਜਿਹੜੀਆਂ ਕੀ ਨੇ ਸਰਬੰਗ ਸਮ ਨੇ। ਤ੍ਰਿਭੁਜ PSQ ਸਰਬੰਗ ਸਮ ਹੈ PSR ਦੇ।
ਸੋ ਇਹ ਵਾਲਾ ਜਿਹੜਾ ਕੋਣ ਹੈ ਇਹ ਕਿਹਦੇ ਬਰਾਬਰ ਹੋਏਗਾ? ਕੋਣ ਇਸ ਦੇ। ਕੋਣ QPS ਬਰਾਬਰ ਹੋਏਗਾ ਕੋਣ RPS ਦੇ। ਇਸੇ ਤਰ੍ਹਾਂ ਇਹ 40 ਹੈ ਤਾਂ ਬਰਾਬਰ ਭੁਜਾਵਾਂ ਦੇ ਸਾਨੂੰ ਕੋਣ ਵੀ 40 ਹੁੰਦੇ ਨੇ, ਬਰਾਬਰ ਹੁੰਦੇ ਨੇ, ਤਾਂ ਇਹ ਵੀ 40 ਹੋ ਗਿਆ ਸਾਡੇ ਪਾਸ। ਸੋ ਵੱਡੀ ਤ੍ਰਿਭੁਜ ਦੀ ਜੇ ਗੱਲ ਕਰੀਏ, ਤ੍ਰਿਭੁਜ PQR ਦੀ, ਤਾਂ ਉਹਦੇ ਵਿੱਚ ਕੋਣ P ਪਲੱਸ ਕੋਣ Q ਪਲੱਸ ਕੋਣ R ਤਿੰਨੋਂ ਮਿਲ ਕੇ ਕਿੰਨੇ ਬਣਨੇ ਚਾਹੀਦੇ ਨੇ? 180। ਸੋ ਕੋਣ Q ਅਤੇ ਕੋਣ R ਦੋਵੇਂ 40 ਦੇ ਨੇ। 80 ਤਾਂ ਇਹ ਬਣ ਗਿਆ ਸਾਡੇ ਪਾਸ ਪਹਿਲਾਂ ਹੀ। ਸੋ ਕੋਣ P ਕਿੰਨਾ ਬਣੇਗਾ? 100। 40 ਅਤੇ 40 80, 80 ਇੱਧਰ ਜਾ ਕੇ ਮਾਈਨਸ ਹੋਏਗਾ ਤਾਂ ਕੋਣ P ਸਾਡੇ ਪਾਸ ਕਿੰਨਾ ਆ ਗਿਆ? 100। ਭਾਵ ਕੋਣ P ਦੇ ਅਸੀਂ ਦੋ ਭਾਗ ਕਰਾਂਗੇ। ਇਹ ਵਾਲੇ ਜੋ ਅਸੀਂ ਦੇਖੇ ਸੀ ਤ੍ਰਿਭੁਜਾਂ ਨੂੰ ਸਰਬੰਗ ਸਮ ਕਰਕੇ ਕਿ ਇਹ ਵਾਲਾ ਕੋਣ ਅਤੇ ਇਹ ਵਾਲਾ ਕੋਣ ਦੋਵੇਂ ਬਰਾਬਰ ਹੋਣਗੇ। ਭਾਵ ਕੋਣ QPS ਸਾਨੂੰ ਪੁੱਛਿਆ ਗਿਆ QPS ਇੱਧਰ ਵਾਲਾ ਕੋਣ, ਇਹ ਵਾਲਾ, ਤਾਂ ਇਹ ਵਾਲਾ ਜਿਹੜਾ ਕੋਣ ਹੋਏਗਾ ਸਾਡਾ, ਕੋਣ P ਦਾ ਕੀ ਹੋਏਗਾ? ਹਾਫ ਹੋਏਗਾ। ਸੋ ਕੋਣ QPS 100 ਦਾ ਅੱਧ ਕਿੰਨਾ ਹੋਏਗਾ? 50। ਸੋ ਸਾਡੀ ਰਾਈਟ ਆਪਸ਼ਨ ਕਿੰਨੀ ਹੋਏਗੀ? ਆਪਸ਼ਨ B 50 ਡਿਗਰੀ। ਸੋ ਕੁਐਸਚਨ ਨੰਬਰ 15 ਵੱਲ ਚੱਲਦੇ ਹਾਂ ਆਪਾਂ। ਇਹ ਸੰਭਾਵਨਾ ਦੇ ਆਧਾਰਿਤ। ਸੋ ਸਾਡੇ ਪਾਸ ਕੁੱਲ ਕਿੰਨੀਆਂ ਥੈਲੀਆਂ ਦਿੱਤੀਆਂ ਗਈਆਂ ਨੇ? 6। ਸੋ ਸਾਡੇ ਪਾਸ 6 ਆਊਟਕਮ ਨੇ। ਸੋ ਜੋ ਪ੍ਰੋਬੇਬਿਲਿਟੀ ਹੁੰਦੀ ਹੈ ਉਹਦਾ ਫਾਰਮੂਲਾ ਹੁੰਦਾ ਹੈ ਕੁੱਲ ਪਰਿਣਾਮ ਨੀਚੇ। ਤਾਂ ਜਿਹੜੇ ਕੁੱਲ ਪਰਿਣਾਮ ਨੇ 6 ਨੇ ਸਾਡੇ ਪਾਸ, ਇਹ ਨੀਚੇ ਆਉਣਗੇ। ਅਤੇ ਪੱਖ ਵਿੱਚ ਪਰਿਣਾਮ ਸਾਡੇ ਪੱਖ ਦੇ ਵਿੱਚ ਕਿੰਨੇ ਨੇ? ਕਿਸ ਚੀਜ਼ ਦੀ ਸੰਭਾਵਨਾ ਪਤਾ ਕਰਨ ਲਈ ਕਿਹਾ ਗਿਆ? 10 ਕਿਲੋ ਤੋਂ ਘੱਟ ਹੋਣਾ ਚਾਹੀਦਾ ਹੈ। 10 ਕਿਲੋ ਤੋਂ ਘੱਟ। ਸੋ ਇਹ ਦੋਏ ਮੌਕੇ ਨੇ। ਇੱਕ ਹੈਗਾ 9.95, ਦੂਸਰਾ ਹੈਗਾ 9.93। ਸੋ ਜੋ ਸਾਨੂੰ ਗੱਲ ਪੁੱਛੀ ਗਈ ਹੈ, ਜਿਸ ਦੀ ਸੰਭਾਵਨਾ ਪੁੱਛੀ ਗਈ ਹੈ, ਉਹਦੇ ਪੱਖ ਦੇ ਵਿੱਚ ਕੇਵਲ 2 ਪਰਿਣਾਮ ਨੇ। ਸੋ 2/6। ਸੋ ਇਹ ਕੈਂਸਲ ਆਊਟ ਹੋ ਜਾਏਗਾ। ਤਾਂ ਸਾਡੇ ਪਾਸ ਆਨਸਰ ਕੀ ਆਇਆ? 1/3। ਸੋ ਇਹ ਵੀ ਸਾਡੀ ਆਪਸ਼ਨ ਕੀ ਹੈ? ਆਪਸ਼ਨ B। ਕੁਐਸਚਨ ਨੰਬਰ 16 ਇਹ ਵੀ ਸੰਭਾਵਨਾ ਦੇ ਆਧਾਰਿਤ ਹੈ। ਸੋ ਲੋਟਰੀ ਦੀਆਂ 1000 ਟਿਕਟਾਂ ਉੱਤੇ 5 ਇਨਾਮ ਨੇ। ਸੋ ਕੁੱਲ ਸਾਡੇ ਪਾਸ ਕਿੰਨੇ ਪਰਿਣਾਮ ਨੇ? 1000 ਨੀਚੇ। ਅਤੇ ਜਿੱਤਣ ਦੀ ਸੰਭਾਵਨਾ ਅਸੀਂ ਪਤਾ ਕਰਨੀ ਹੈ। ਸੋ ਸਾਡੇ ਪੱਖ ਦੇ ਵਿੱਚ ਕਿੰਨੇ ਪਰਿਣਾਮ ਨੇ? ਕੇਵਲ 5। ਸੋ ਅਸੀਂ ਇਹਨੂੰ ਕੈਂਸਲ ਆਊਟ ਕਰ ਦਿੰਦੇ ਹਾਂ। 5 × 5, 5 ਦੂਣੀ 10, 200। ਸੋ ਇਹ ਬਚਿਆ ਸਾਡੇ ਪਾਸ 1/200। ਸੋ ਸਾਡੀ ਰਾਈਟ ਆਪਸ਼ਨ ਕੀ ਹੋਈ? 1/200 ਆਪਸ਼ਨ B। ਕੁਐਸਚਨ ਨੰਬਰ 17 ਇਹ ਸਾਡਾ ਡਾਟਾ ਹੈਂਡਲਿੰਗ ਹੈ, ਅੰਕੜਿਆਂ ਦੇ ਆਧਾਰਿਤ ਹੈ ਅਤੇ ਸਾਨੂੰ ਮੱਧਿਕਾ ਪਤਾ ਕਰਨ ਦੇ ਲਈ ਕਿਹਾ ਗਿਆ ਹੈ। ਜਿਹੜੀ ਮੱਧਿਕਾ ਹੁੰਦੀ ਹੈ ਉਹ ਬਿਲਕੁਲ ਸੈਂਟਰ ਵਾਲੀ ਟਰਮ ਹੁੰਦੀ ਹੈ। ਸੋ ਮੱਧਿਕਾ ਪਤਾ ਕਰਨ ਦੇ ਲਈ ਅਸੀਂ ਪਹਿਲਾਂ ਆਪਣੇ ਅੰਕੜਿਆਂ ਨੂੰ ਵੱਧਦੇ ਕ੍ਰਮ ਦੇ ਵਿੱਚ ਲਿਖਦੇ ਹਾਂ। ਸੋ ਸਭ ਤੋਂ ਪਹਿਲਾਂ ਜਿਹੜਾ ਅੰਕੜਾ ਉਹ 145। ਦੂਸਰਾ ਸਾਡੇ ਪਾਸ ਹੈ ਪਹਿਲਾ ਸਾਡੇ ਪਾਸ 144। ਦੂਸਰਾ ਸਾਡੇ ਪਾਸ 145। ਉਸ ਤੋਂ ਬਾਅਦ ਸਾਡੇ ਪਾਸ ਆਉਂਦਾ ਹੈ 147, 148, 149, 150, 152, 155 ਅਤੇ 160। ਸੋ ਸਾਡੇ ਪਾਸ ਟੋਟਲ ਅੰਕੜੇ ਕਿੰਨੇ ਹੋ ਗਏ ਨੇ? ਇਹ 1 2 3 4 5 6 7 8 9। ਸੋ ਕੁੱਲ ਅੰਕੜੇ ਸਾਡੇ ਪਾਸ ਕਿੰਨੇ ਨੇ? 9। ਸੋ ਮੱਧਿਕਾ ਕਿਵੇਂ ਪਤਾ ਕਰਦੇ ਹਾਂ ਅਸੀਂ? ਜਦੋਂ ਸਾਡੇ ਪਾਸ ਜਿਹੜੇ ਅੰਕੜੇ ਨੇ ਟਾਂਕ ਸੰਖਿਆਵਾਂ ਦੇ ਵਿੱਚ ਹੋਣ। n+1/2th ਟਰਮ nਵਾਂ ਅੰਕੜਾ। ਸੋ 9 × 1 10 ਅਤੇ 10 ਦਾ ਅੱਧ 2, ਭਾਵ 5ਵਾਂ ਅੰਕੜਾ। ਸੋ 5ਵਾਂ ਅੰਕੜਾ ਕਿਹੜਾ ਸਾਡੇ ਪਾਸ? 1 2 3 4 5 ਦੋਨੋਂ ਸਾਈਡ ਤੋਂ 5ਵਾਂ ਅੰਕੜਾ। ਅਸੀਂ ਕਿਸੇ ਸਾਈਡ ਤੋਂ ਕਾਊਂਟ ਕਰੀਏ, ਫਸਟ, ਸੈਕਿੰਡ, ਥਰਡ, ਫੋਰਥ, ਇਹ 5th ਬਣਦਾ ਹੈ। ਇੱਧਰੋਂ ਵੀ ਫਸਟ, ਸੈਕਿੰਡ, ਥਰਡ, ਫੋਰਥ, ਇਹ ਫਿਰ 5th ਬਣਦਾ ਹੈ। ਸੋ ਸਾਡੀ ਰਾਈਟ ਆਪਸ਼ਨ ਕੀ ਹੈ? ਆਪਸ਼ਨ B 149। ਸੋ ਕੁਐਸਚਨ ਨੰਬਰ 18 ਇਹ ਵੀ ਸਾਡਾ ਡਾਟਾ ਹੈਂਡਲਿੰਗ ਦੇ ਆਧਾਰਿਤ ਹੈ।
ਸਾਡੇ ਪਾਸ ਵਰਗ ਅੰਤਰਾਲ ਦਿੱਤੇ ਗਏ ਨੇ 10 ਤੋਂ 20, 20 ਤੋਂ 30। ਵਰਗ ਅੰਤਰਾਲ ਵਿੱਚ 20 ਜਿਹੜਾ ਹੈ ਉਹ ਕਿਸ ਵਰਗ ਅੰਤਰਾਲ ਵਿੱਚ ਸ਼ਾਮਿਲ ਹੋਵੇਗਾ। ਸੋ ਇਹ ਜਿਹੜਾ ਹਮੇਸ਼ਾ ਜੋ ਨੰਬਰ ਹੁੰਦਾ ਹੈ, ਜੋ ਸਾਡੀ ਲਿਮਿਟ ਪੁਆਇੰਟ ਹੈ ਸਾਡਾ 10 ਤੋਂ 20 ਹੈ, 20 ਤੋਂ 30 ਹੈ ਜਾਂ ਸਾਡਾ ਇਹ ਜਿਹੜਾ ਸਾਡੇ ਪੁਆਇੰਟਸ ਨੇ ਜੋ ਨੀਚੇ ਵਾਲੀ ਲਿਮਿਟ ਹੈ ਇਸ ਦੇ ਵਿੱਚ ਕਾਊਂਟ ਕਰਨਾ ਹੁੰਦਾ ਸੀ। ਸੋ ਜਦੋਂ 20 ਤੁਹਾਡੀ ਵੈਲਿਊ ਹੋਏਗੀ ਉਹ 20 ਤੋਂ ਲੈ ਕੇ 30 ਵਾਲਾ ਜਿਹੜਾ ਵਰਗ ਅੰਤਰਾਲ ਹੈ ਇਸ ਨੂੰ ਅਸੀਂ ਇਸ ਦੇ ਵਿੱਚ ਸ਼ਾਮਿਲ ਕਰਾਂਗੇ। ਸੋ ਸਾਡੀ ਰਾਈਟ ਆਪਸ਼ਨ ਕੀ ਹੈ, ਆਪਸ਼ਨ ਬੀ। ਕੁਐਸਚਨ ਨੰਬਰ 19 ਦੇ ਵਿੱਚ ਸਾਨੂੰ ਇੱਕ 2 ਚੱਲ ਵਾਲਾ ਰੇਖੀ ਸਮੀਕਰਨ ਦਿੱਤਾ ਗਿਆ ਹੈ, x + 2y = 2 ਅਤੇ ਪੁੱਛਿਆ ਗਿਆ ਕਿ ਕਿਹੜਾ ਬਿੰਦੂ y ਧੁਰੇ ਨੂੰ ਕੱਟਦਾ ਹੈ। ਸੋ ਜਦੋਂ ਕੋਈ ਵੀ ਸਮੀਕਰਨ ਦਾ ਅਸੀਂ ਗ੍ਰਾਫ ਬਣਾਉਂਦੇ ਹਾਂ ਅਤੇ ਜਦੋਂ ਉਹ ਗ੍ਰਾਫ ਦੇ ਉੱਪਰ ਉਹ ਜਿਹੜੀ ਰੇਖਾ y ਧੁਰੇ ਨੂੰ ਕੱਟਦੀ ਹੈ ਤਾਂ y ਧੁਰੇ ਦੇ ਉੱਪਰ ਸਾਡਾ ਜਿਹੜੇ ਇਹ ਵਾਲੇ ਪੁਆਇੰਟ ਨੇ ਇਹਨਾਂ ਦਾ ਜਿਹੜਾ x ਭਾਗ ਹੁੰਦਾ ਹੈ ਉਹ 0 ਹੁੰਦਾ ਹੈ। ਭਾਵ ਅਸੀਂ ਇੱਥੇ x ਨੂੰ ਕੀ ਭਰਨਾ ਹੈ, 0 ਭਰਨਾ ਹੈ। ਸੋ 2y ਕਿਸ ਦੇ ਬਰਾਬਰ ਆ ਗਿਆ, 2 ਦੇ 2 ਕੱਟ ਗਿਆ। ਸੋ y = ਕਿੰਨਾ ਆ ਗਿਆ, 1। ਪਹਿਲੀ ਗੱਲ ਤਾਂ x 0 ਹੋਣਾ ਚਾਹੀਦਾ। ਸੋ ਇਹ ਤਾਂ ਕੰਡੀਸ਼ਨ ਹੀ ਖਤਮ ਹੋ ਗਈਆਂ ਨੇ। ਸਾਡੇ ਪਾਸ ਕੇਵਲ ਦੂਜੀ ਅਤੇ ਤੀਜੀ ਆਪਸ਼ਨ ਰਹਿ ਗਈ ਹੈ। ਸੋ ਇਹਦੇ ਵਿੱਚ ਵੀ ਸਾਡਾ ਆਨਸਰ ਕੀ ਆ ਰਿਹਾ ਹੈ, y ਕਿੰਨਾ ਆ ਰਿਹਾ ਹੈ, 1। ਸੋ ਸਾਡੀ ਰਾਈਟ ਆਪਸ਼ਨ ਕੀ ਹੈ, ਆਪਸ਼ਨ ਸੀ। ਕੁਐਸਚਨ ਨੰਬਰ 20 ਇਹ ਵੀ 2 ਚੱਲ ਵਾਲੇ ਰੇਖੀ ਸਮੀਕਰਨ ਦੇ ਆਧਾਰਿਤ ਹੈ। 3x - 2y = 10 ਇਸ ਸਮੀਕਰਨ ਦੇ ਕਿੰਨੇ ਹੱਲ ਹੋਣਗੇ। ਸੋ ਜੋ ਰੇਖੀ ਸਮੀਕਰਨ ਹੁੰਦਾ ਹੈ ਜਦੋਂ ਅਸੀਂ ਇਸ ਦਾ ਗ੍ਰਾਫ ਦੇ ਉੱਪਰ ਆਲੇਖ ਖਿੱਚਦੇ ਹਾਂ ਇੱਦਾਂ ਦਾ ਇੱਕ ਰੇਖਾ ਬਣਦੀ ਹੈ, ਇਸੇ ਕਰਕੇ ਅਸੀਂ ਇਸ ਨੂੰ ਰੇਖੀ ਸਮੀਕਰਨ ਬੋਲਦੇ ਹਾਂ। ਸੋ ਇਹ ਰੇਖਾ ਹੈ, ਇਸ ਦੇ ਉੱਪਰ ਅਸੀਮਤ ਪੁਆਇੰਟ ਨੇ ਇਸ ਰੇਖਾ ਦੇ ਉੱਪਰ। ਭਾਵ ਜਿਹੜੀ ਇਹ ਰੇਖਾ ਹੈ ਇਹਦੇ ਉੱਪਰ ਅਣਗਿਣਤ ਬਿੰਦੂ ਨੇ, ਤਾਂ ਇਸ ਸਮੀਕਰਨ ਦੇ ਅਸੀਮਤ ਅਨੇਕ ਹੱਲ ਹੋਣਗੇ। ਸੋ ਸਾਡੀ ਰਾਈਟ ਆਪਸ਼ਨ ਕੀ ਹੋਏਗੀ, ਆਪਸ਼ਨ ਸੀ। ਉਮੀਦ ਹੈ ਤੁਹਾਡੀਆਂ ਜਿਹੜੀਆਂ ਡਾਊਟਸ ਨੇ ਇਸ ਪੇਪਰ ਦੇ ਕੁਐਸਚਨਸ ਦੇ ਰਿਗਾਰਡਿੰਗ ਉਹ ਕਲੀਅਰ ਹੋਈਆਂ ਹੋਣਗੀਆਂ। ਜੇਕਰ ਤੁਹਾਡੀ ਕੋਈ ਵੀ ਕੁਇਰੀ ਹੈ, ਕੋਈ ਵੀ ਡਾਊਟ ਹੈ ਤਾਂ ਤੁਸੀਂ ਕੌਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕੌਮੈਂਟ ਕਰ ਸਕਦੇ ਹੋ, ਆਪਣੀ ਈਮੇਲ ID ਛੱਡ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀਆਂ ਡਾਊਟਸ ਨੂੰ ਕਲੀਅਰ ਕਰਨ ਦੀ ਅਤੇ ਤੁਹਾਡੇ ਕੁਐਸਚਨਸ ਦੇ ਉੱਪਰ ਤੁਹਾਡੀ ਈਮੇਲ ID ਦੇ ਉੱਪਰ ਜਵਾਬ ਦੇਣ ਦੀ, ਰਿਵਰਟ ਕਰਨ ਦੀ। ਜੇਕਰ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਹੋਰ ਵੀ ਵਧੇਰੇ ਵੀਡੀਓਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਚੈਨਲ 'ਤੇ ਆਉਣ ਲਈ ਧੰਨਵਾਦ।